ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਦੋਸਤੋ, ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਪੇਸ਼ ਕਰਨ ਦਾ ਵੇਲਾ ਹੋ ਚੱਲਿਆ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵਿੱਚ ਬੱਦਲਬਾਈ ਰਹੀ ਹੈ ਤੇ ਕੁਝ ਥਾਵਾਂ ਦੇ ਉੱਤੇ ਕਿਣਮਣ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 2 ਦਿਨ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਯਾਨੀ ਕਿ 3 ਤੇ 4 ਸਤੰਬਰ ਨੂੰ ਪੰਜਾਬ ਦੇ ਵਿੱਚ ਮੀਂਹ ਪੈਂਦਾ ਰਹਿਣਾ, ਜੋ ਕਿ ਭਵਿੱਖਬਾਣੀ ਕੀਤੀ ਗਈ ਹੈ। ਤੇ ਜੇਕਰ ਹੁਣ ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਮੁੱਢਲੀ ਖਬਰ ਸਾਂਝੀ ਕਰਨੀ ਹੋਵੇ ਤਾਂ ਚੀਨ ਦੇ ਵੱਲੋਂ ਭਾਰਤ ਦੇ ਖਿਲਾਫ ਫਿਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਹਾਂ ਕਿ ਪਿਛਲੇ ਕਈ ਮਹੀਨਿਆਂ ਤੋਂ ਚੀਨ ਨੇ ਕਈ ਵਾਰ ਵਧੀਕੀ ਕਰਨ ਦੀ ਕੋਸ਼ਿਸ਼ ਕੀਤੀ। ਸਾਡੇ 20 ਭਾਰਤੀ ਫੌਜੀ ਜਵਾਨਾਂ ਨੂੰ ਸ਼ਹਾਦਤ ਦਾ ਜਾਮ ਆ ਜਿਹੜਾ ਉਹ ਪੀਣਾ ਪਿਆ, ਕਿਉਂਕਿ ਉਹਨਾਂ ਨੇ ਹਿੱਕ ਡਾਹ ਕੇ ਲੜਾਈ ਲੜੀ ਹੈ। ਪਰ ਇਸ ਦੇ ਬਾਵਜੂਦ ਚੀਨ ਆ ਜਿਹੜਾ ਉਹ ਪੈਰ ਕਦੇ ਪਿੱਛੇ ਖਿਸਕਾ ਲੈਂਦਾ, ਕਦੇ ਫਿਰ ਅੱਗੇ ਕਰਦਾ, ਕਦੇ ਕੋਈ ਸ਼ਰਾਰਤ, ਕਦੇ ਕੋਈ ਘਤਿੱਤ। ਤੇ ਹੁਣ ਚੀਨ ਦੇ ਵੱਲੋਂ ਇੱਕ ਵਾਰ ਫਿਰ ਪਿਛਲੇ 2-3 ਦਿਨਾਂ ਤੋਂ ਘਤਿੱਤਾਂ ਕੀਤੀਆਂ ਜਾ ਰਹੀਆਂ। ਹੁਣ ਜਦੋਂ ਪਹਿਲੀ ਵਾਰ ਚੀਨ ਦੇ ਵੱਲੋਂ ਵਧੀਕੀ ਕੀਤੀ ਗਈ ਸੀ, ਉਸ ਵਕਤ ਭਾਰਤ ਦੀ ਸਰਕਾਰ ਦੇ ਵੱਲੋਂ 59 ਚੀਨੀ ਐਪਸ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਇਹ ਗੱਲ ਕਹੀ ਗਈ ਸੀ ਜੀ ਕਿ ਅਸੀਂ ਆਪਣੇ ਵੱਲੋਂ ਬਦਲਾ ਲੈ ਲਿਆ ਸਮਝੋ। ਇਹ ਗੱਲ ਕਹਿ ਦਿੱਤੀ ਸੀ ਜੀ ਕਿ ਅਸੀਂ ਇਸ ਤਰੀਕੇ ਨਾਲ ਚੀਨ ਦਾ ਆਰਥਿਕ ਤੌਰ ਦੇ ਉੱਤੇ ਲੱਕ ਤੋੜਦੇ ਹਾਂ। ਪਰ ਹੁਣ ਜਦੋਂ ਚੀਨ ਨੇ ਇੱਕ ਵਾਰ ਫਿਰ ਪੰਗੇ ਲੈਣੇ ਸ਼ੁਰੂ ਕੀਤੇ ਆ, ਹਾਲਾਂਕਿ ਭਾਰਤ ਦੀ ਸਰਕਾਰ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸਾਰਾ ਕੁਝ ਕਰਨ ਦੇ ਸਮਰੱਥ ਹਾਂ, ਅਸੀਂ ਮੂੰਹ ਤੋੜ ਜਵਾਬ ਦੇਵਾਂਗੇ। ਪਰ ਲਦਾਖ ਦੇ ਉਸੇ ਖੇਤਰ ਦੇ ਵਿੱਚ ਚੀਨ ਕਦੇ ਕੋਈ ਪੰਗਾ ਲੈਂਦਾ, ਕਦੇ ਕੋਈ ਪੰਗਾ ਲੈਂਦਾ, ਯਾਨੀ ਕਿ ਸਰਹੱਦ ਦੇ ਉੱਤੇ ਤਣਾਅ ਇੱਕ ਵਾਰ ਫਿਰ ਬਣਿਆ ਹੋਇਆ। ਤੇ ਹੁਣ ਜਦੋਂ ਇਹ ਤਣਾਅ ਚੱਲ ਰਿਹਾ ਤਾਂ ਭਾਰਤ ਦੀ ਸਰਕਾਰ ਦੇ ਵੱਲੋਂ 118 ਚੀਨੀ ਐਪਸ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਉਹਦੇ ਵਿੱਚੋਂ ਕਈ ਚੀਨੀ ਐਪਸ ਆ ਜਿਹੜੀਆਂ ਉਹ ਘੱਟ ਮਸ਼ਹੂਰ ਆ, ਕਈ ਵੱਧ ਮਸ਼ਹੂਰ ਆ, ਪਰ ਜਿਹੜੀ ਸਭ ਤੋਂ ਵੱਧ ਮਸ਼ਹੂਰ ਆ ਉਹਦੇ ਵਿੱਚ PUBG ਸ਼ਾਮਲ ਹੈ। PUBG ਆ ਜਿਹੜੀ ਉਹ ਭਾਰਤ ਦੇ ਵਿੱਚ 17.5 ਕਰੋੜ ਲੋਕਾਂ ਦੇ ਵੱਲੋਂ ਡਾਊਨਲੋਡ ਕੀਤੀ ਗਈ ਐਪ ਆ। ਯਾਨੀ ਕਿ ਭਾਰਤ ਦੇ ਵਿੱਚ ਹੀ ਇਹਦੇ ਗਾਹਕ, ਇਹਨੂੰ ਖੇਡਣ ਵਾਲੇ, ਇਹਨੂੰ ਵਰਤਣ ਵਾਲੇ 17.5 ਕਰੋੜ ਲੋਕ ਹੈ। ਉਹਨਾਂ 17.5 ਕਰੋੜ ਲੋਕਾਂ ਦੇ ਵੱਲੋਂ ਤਾਂ ਇਹ ਗੱਲ ਕਹੀ ਗਈ ਹੈ ਜੀ ਕਿ ਅਸੀਂ ਤਾਂ ਬਹੁਤ ਨੁਕਸਾਨੇ ਗਏ ਆ, ਕਿਉਂਕਿ ਜਿਹੜੇ ਵਿਅਕਤੀ ਨੂੰ ਇਹਦੀ ਲੱਤ ਲੱਗੀ ਹੈ ਉਹਨੂੰ ਬੜੇ ਬੁਰੇ ਤਰੀਕੇ ਦੇ ਨਾਲ ਲੱਗੀ ਹੈ। ਤੇ ਕਈ ਲੋਕ ਇਸ PUBG ਗੇਮ ਦੇ ਕਰਕੇ ਪੈਸਾ ਟੱਕਾ ਵੀ ਕਮਾਉਂਦੇ ਸੀ, ਕਿਉਂਕਿ ਅੱਜ ਕੱਲ੍ਹ ਔਨਲਾਈਨ ਸਟਰੀਮਿੰਗ ਦੇ ਰਾਹੀਂ ਬਹੁਤ ਸਾਰੇ ਲੋਕ ਆ ਜਿਹੜੇ ਉਹ ਆਪਣਾ ਕਾਰੋਬਾਰ, ਆਪਣਾ ਕੰਮਕਾਜ ਵੱਖ-ਵੱਖ ਲੋਕਾਂ ਦੇ ਨਾਲ ਖੇਡ ਕੇ ਇਸ ਗੇਮ ਨੂੰ ਅੱਗੇ ਤੋਂ ਅੱਗੇ ਵਧਾ ਰਹੇ ਸੀ। ਪਰ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸਵਾਲ ਜ਼ਰੂਰ ਪੈਦਾ ਹੁੰਦਾ। ਉਹ ਸਵਾਲ ਇਹ ਹੈ ਕਿ ਚੀਨ ਦੇ ਵੱਲੋਂ ਸਾਡੇ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਤੇ ਅਸੀਂ ਹੋਰ ਜਵਾਬ ਦੇਣ ਦੀ ਥਾਂ ਦੇ ਉੱਤੇ ਕਹਿ ਦਿੰਦੇ ਜੀ ਇੰਨੀਆਂ ਐਪਸ ਬੰਦ ਕਰਤੀਆਂ। ਉਹ ਫੇਰ ਕੋਈ ਪੰਗਾ ਲੈਂਦੇ ਆ, ਅਸੀਂ ਕਹਿ ਦਿੰਦੇ ਹੁਣ ਇੰਨੀਆਂ ਐਪਸ ਬੰਦ ਕਰ ਦਿੱਤੀਆਂ। ਕੀ ਸਿਰਫ ਤੇ ਸਿਰਫ ਐਪਸ ਬੰਦ ਕਰਨ ਦੇ ਨਾਲ ਅਸੀਂ ਚੀਨ ਨੂੰ ਲੋਹੇ ਦੇ ਛੋਲੇ 'ਚ ਪਾ ਸਕਦੇ ਹਾਂ? ਕੀ ਸਿਰਫ ਤੇ ਸਿਰਫ ਐਪ ਬੰਦ ਕਰਕੇ ਅਸੀਂ ਬਦਲਾ ਅਸਲ ਅਰਥਾਂ ਦੇ ਵਿੱਚ ਲੈ ਰਹੇ ਹਾਂ? ਕੀ ਅਸੀਂ ਐਪ ਬੰਦ ਕਰਕੇ ਚੀਨ ਨੂੰ ਇੰਨਾ ਵੱਡਾ ਆਰਥਿਕ ਤੌਰ ਦੇ ਉੱਤੇ ਨੁਕਸਾਨ ਪਹੁੰਚਾ ਦੇਵਾਂਗੇ ਕਿ ਉਹ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਸਾਡੇ ਮੁਕਾਬਲੇ ਵਿੱਚ ਆਉਣ ਦੇ ਸਮਰੱਥ ਨਾ ਹੋਵੇ? ਕਿਉਂਕਿ ਹੁਣ ਤੱਕ ਦੀਆਂ ਖਬਰਾਂ ਦੇ ਮੁਤਾਬਕ ਭਾਰਤ ਬੜੇ ਬੁਰੇ ਤਰੀਕੇ ਦੇ ਨਾਲ ਚੀਨ ਦੇ ਉੱਤੇ ਨਿਰਭਰ ਹੈ, ਕਿਉਂਕਿ ਦਵਾਈਆਂ ਜਿਹੜੀਆਂ ਉਹ 70% ਤੋਂ ਵੱਧ ਮਾਲ ਉਧਰਲੇ ਪਾਸੇ ਆਉਂਦਾ। ਬਾਕੀ ਵੱਖ-ਵੱਖ ਚੀਜ਼ਾਂ ਜਿਹੜੀਆਂ ਸਾਡੀ ਰੋਜ਼ਮर्रा ਦੀ ਜ਼ਿੰਦਗੀ ਦੇ ਵਿੱਚ ਵਰਤੋਂ ਵਾਲੀਆਂ, ਉਹਦਾ ਵੱਡਾ ਹਿੱਸਾ ਚੀਨ ਦੇ ਵਿੱਚੋਂ ਆਉਂਦਾ। ਸੋ ਅਸੀਂ ਉਹ ਸਾਰਾ ਕੁਝ ਜੇਕਰ ਭਾਰਤ ਦੇ ਵਿੱਚ ਤਿਆਰ ਕਰ ਲਈਏ ਤੇ ਉਸੇ ਮੁੱਲ ਦੇ ਉੱਤੇ ਤਿਆਰ ਕਰੀਏ ਤੇ ਉਸੇ ਕੁਆਲਿਟੀ ਦੇ ਆਧਾਰ ਦੇ ਉੱਤੇ ਤਿਆਰ ਕਰੀਏ ਕਿ ਸਾਨੂੰ ਚੀਨ ਦਾ ਚੇਤਾ ਨਾ ਆਵੇ, ਫਿਰ ਤਾਂ ਠੀਕ ਹੈ। ਪਰ ਜੇਕਰ ਅਸੀਂ ਸਵਦੇਸ਼ੀ ਵੀ ਕਹਿ ਰਹੇ ਹਾਂ, ਪਰ ਇਸ ਦੇ ਬਾਵਜੂਦ ਅਸੀਂ ਚੀਨ ਦੇ ਉੱਤੇ ਨਿਰਭਰ ਹਾਂ ਕਾਰੋਬਾਰੀ ਮਾਮਲੇ ਦੇ ਉੱਤੇ, ਕਿਉਂਕਿ ਰਿਪੋਰਟਾਂ ਇਹ ਕਹਿੰਦੀਆਂ ਵੀ ਅਸੀਂ ਉਹਨਾਂ ਕੋਲੋਂ ਲੈਨੇ ਜ਼ਿਆਦਾ ਸਮਾਨ ਆ, ਦਿੰਨੇ ਬਹੁਤ ਥੋੜ੍ਹਾ ਸਮਾਨ ਆ। ਇਸ ਕਰਕੇ ਇਕੱਲੀਆਂ ਚੀਨੀ ਐਪਸ ਬੰਦ ਕਰਨੇ ਨਾਲ ਮਸਲੇ ਦਾ ਹੱਲ ਨਹੀਂ ਜੇ ਹੋਣਾ ਚਾਹੀਦਾ। ਇਹ ਹੈ ਕਿ ਕੋਈ ਢੁਕਵਾਂ ਹੱਲ ਵੀ ਕੱਢਿਆ ਜਾਵੇ। ਇਹ ਐਪ ਬੰਦ ਕਰ ਦੇਣੀ ਤਾਂ ਬਿਲਕੁਲ ਨਿਆਣਮੱਤੀ ਵਾਲੀ ਗੱਲ ਹੈ ਕਿ ਹੁਣ ਅਸੀਂ ਆਹ ਵੀ ਕਰਤਾ, ਹੁਣ ਅਸੀਂ ਆਹ ਵੀ ਕਰਤਾ। ਅੱਜ ਭਾਰਤ ਦੇ ਗ੍ਰਹਿ ਵਿਭਾਗ ਦੇ ਵੱਲੋਂ ਗੱਲ ਕਹੀ ਗਈ ਹੈ ਕਿ ਭਾਰਤ ਦੀ ਸੁਰੱਖਿਆ ਤੇ ਪ੍ਰਭੂ ਸੱਤਾ ਨੂੰ ਚੀਨੀ ਐਪਸ ਦੇ ਵੱਲੋਂ ਖਤਰਾ ਪਹੁੰਚਾਇਆ ਜਾ ਸਕਦਾ ਸੀ। ਇਸ ਕਰਕੇ ਅਸੀਂ ਇਹ ਮਹੱਤਵਪੂਰਨ ਫੈਸਲਾ ਕੀਤਾ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਲੋਕ PUBG ਦੇ ਆਦੀ ਸੀਗੇ, ਇਸ ਕਰਕੇ ਵੱਖ-ਵੱਖ TV ਚੈਨਲਾਂ ਦੇ ਉੱਤੇ ਵੀ ਗੱਲ ਚੱਲ ਰਹੀ ਹੈ ਕਿ ਨੌਜਵਾਨ ਪੀੜ੍ਹੀ ਦਾ ਖਹਿੜਾ ਹੁਣ ਇਸ ਗੇਮ ਦੇ ਵੱਲੋਂ ਛੁੱਟ ਜਾਊਗਾ। ਕਿਉਂਕਿ ਪੰਜਾਬ ਦੇ ਵਿੱਚੋਂ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਖਬਰਾਂ ਆਈਆਂ, ਕਿਸੇ ਨੇ ਲੱਖਾਂ ਰੁਪਈਆ ਆਪਣੇ ਦਾਦੇ ਦਾ ਉਡਾ ਦਿੱਤਾ ਤੇ ਕਿਸੇ ਨੇ ਕਰੋੜਾਂ ਰੁਪਈਆ ਉਡਾ ਦਿੱਤਾ ਪੂਰੇ ਭਾਰਤ ਦੇ ਵਿੱਚ। ਸੋ ਇਹੋ ਜਿਹੀਆਂ ਗੱਲਾਂ ਸੀ ਕਿ ਜਿਹੜਾ ਇਹਦੇ ਵਿੱਚ ਅਸਲਾ ਤੇ ਹੋਰ ਜਿਹੜਾ ਅਮਲਾ ਫੈਲਾ ਹੁੰਦਾ ਇਸ ਗੇਮ ਨੂੰ ਖੇਡਦਿਆਂ, ਉਹਦੇ ਕਰਕੇ ਲੋਕ ਆ ਜਿਹੜੇ ਨੌਜਵਾਨ ਪੀੜ੍ਹੀ ਖਾਸ ਕਰਕੇ ਉਹ ਆਰਥਿਕ ਸੱਟ ਖਾ ਵੀ ਰਹੀ ਸੀ ਤੇ ਕਈ ਲੋਕ ਆਰਥਿਕ ਤੌਰ ਦੇ ਉੱਤੇ ਇਸ ਗੇਮ ਦੇ ਕਰਕੇ ਮਜ਼ਬੂਤ ਵੀ ਹੋ ਰਹੇ ਸੀ। ਪਰ ਸਮਾਂ ਬਹੁਤ ਜ਼ਾਇਆ ਹੁੰਦਾ ਸੀ। ਇਹਦੇ ਬਾਬਤ ਆਪਾਂ ਜਾਣਦੇ ਹਾਂ। ਬਾਕੀ ਵਕਤ ਦੱਸੂ ਕਿ ਚੀਨ ਤੋਂ ਬਦਲਾ ਲੈਣ ਦੇ ਲਈ ਸਾਡੀ ਸਰਕਾਰ ਕੀ ਹੋਰ ਕਰਦੀ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਭਾਰਤ ਦੇ ਵਿੱਚ
ਤੇ ਖਾਸ ਕਰਕੇ ਪੰਜਾਬ ਦੇ ਵਿੱਚ ਪਸਰੇ ਹੋਏ ਕਰੋਨੇ ਨਾਲ ਸੰਬੰਧਿਤ ਹੈ। ਹੁਣ ਤੱਕ ਅਸੀਂ ਇਹ ਖਬਰਾਂ ਸਾਂਝੀਆਂ ਕੀਤੀਆਂ ਕਿ ਇੱਕ ਦਿਨ ਦੇ ਵਿੱਚ ਯਾਨੀ 24 ਘੰਟੇ 'ਚ 55 ਲੋਕਾਂ ਦੀ ਮੌਤ ਹੋ ਗਈ ਕਰੋਨਾ ਕਰਕੇ, ਕਦੇ 40 ਲੋਕਾਂ ਦੀ ਮੌਤ, ਕਦੇ 37 ਲੋਕਾਂ ਦੀ ਮੌਤ, ਕਦੇ 52 ਲੋਕਾਂ ਦੀ ਮੌਤ। ਪਰ ਜਦੋਂ ਤੋਂ ਪੰਜਾਬ ਦੇ ਵਿੱਚ ਕਰੋਨਾ ਦੇ ਫੁਹਾਰਾ ਆਇਆ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਅੱਜ ਦਾ ਅੰਕੜਾ ਜਿਹੜਾ ਬਹੁਤ ਖਤਰਨਾਕ ਹੱਦ ਤੱਕ ਪਹੁੰਚ ਗਿਆ। ਲੋਕ ਮੰਨਣ ਜਾਂ ਨਾ ਮੰਨਣ ਕਰੋਨਾ ਹੈਗਾ ਜਾਂ ਨਹੀਂ ਹੈਗਾ ਉਹ ਸਭ ਦੀ ਆਪੋ ਆਪਣੀ ਮਰਜ਼ੀ ਹੈ, ਪਰ ਅੱਜ ਪੰਜਾਬ ਦੇ ਵਿੱਚ ਰਿਕਾਰਡ ਤੋੜ ਮੌਤਾਂ ਹੋਈਆਂ। 106 ਲੋਕਾਂ ਦੀ ਮੌਤ ਅੱਜ ਪੰਜਾਬ ਦੇ ਵਿੱਚ ਕਰੋਨਾ ਦੇ ਕਰਕੇ ਹੋਈ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਸਵਾਲ ਉੱਠਦੇ ਆ ਕਿ ਬੰਦਾ ਹੋਰ ਬਿਮਾਰੀ ਦੇ ਕਰਕੇ ਮਰਿਆ ਹੁੰਦਾ ਤੇ ਪਾ ਕਰੋਨਾ ਦੇ ਖਾਤੇ ਦੇ ਵਿੱਚ ਦਿੱਤਾ ਜਾਂਦਾ। ਸੋ ਇਹੋ ਜਿਹੀਆਂ ਖਬਰਾਂ ਤੇ ਇਹੋ ਜਿਹੇ ਵਿਵਾਦ ਵੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਆ, ਪਰ ਲਗਾਤਾਰ ਪੰਜਾਬ ਦੇ ਵਿੱਚ ਕਰੋਨਾ ਦਾ ਪੈਰ ਪਸਾਰਨਾ, ਲਗਾਤਾਰ ਪੰਜਾਬ ਦੇ ਸਿਹਤ ਮਹਿਕਮੇ ਦੇ ਉੱਤੇ ਲੋਕਾਂ ਦੀ ਬੇਭਰੋਸਗੀ ਵਧਣਾ, ਲਗਾਤਾਰ ਪੰਜਾਬ ਦੇ ਸਿਹਤ ਮਹਿਕਮੇ ਦੇ ਵੱਲੋਂ ਹਦਾਇਤਾਂ ਜਾਰੀ ਕਰਨੀਆਂ ਤੇ ਲੋਕਾਂ ਦੇ ਵੱਲੋਂ ਉਹਨਾਂ ਹਦਾਇਤਾਂ ਦੇ ਉੱਤੇ ਪਾਲਣ ਨਾ ਕਰਨਾ ਬਹੁਤ ਵੱਡਾ ਮਸਲਾ ਬਣਦਾ ਜਾ ਰਿਹਾ। ਬਚਾਅ ਦੇ ਵਿੱਚ ਬਚਾਅ, ਹਦਾਇਤਾਂ ਦਾ ਪਾਲਣ ਕਰਨਾ ਚਾਹੀਦਾ, ਕਿਉਂਕਿ ਜੇਕਰ ਅਸੀਂ ਅੱਜ ਟਿਚਰਾਂ ਕਰਦੇ ਵੀ ਕਰੋਨਾ ਹੈ ਨਹੀਂ ਤੇ ਜੇਕਰ ਅਸੀਂ ਆਪ ਲਪੇਟੇ ਦੇ ਵਿੱਚ ਆ ਗਏ ਤਾਂ ਘੱਟੋ ਘੱਟ ਇੱਕ ਬੰਦਾ 50 ਬੰਦਾ ਨੂੰ ਲੈ ਬੈਂਦਾ, ਕਿਉਂਕਿ ਜਿਹਦੇ ਉਹ ਪਿਛਲੇ ਇੱਕ ਹਫ਼ਤੇ ਦੇ ਵਿੱਚ ਸੰਪਰਕ 'ਚ ਆਇਆ ਹੋਊਗਾ ਸਾਰੇ 14 ਦਿਨਾਂ ਦੇ ਲਈ ਕਮਰਿਆਂ ਦੇ ਵਿੱਚ ਬੰਦ ਹੋਣਗੇ ਤੇ ਬਾਅਦ ਦੇ ਵਿੱਚ ਇਹ ਦੇਖੋ ਵੀ ਅਸੀਂ ਕਿੰਨੇ ਲੋਕਾਂ ਦਾ ਕੰਮ ਵੀ ਛਡਵਾ ਦੇਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਹਾਲਾਤ ਬਹੁਤ ਜ਼ਿਆਦਾ ਖਰਾਬ ਹੁੰਦੇ ਜਾ ਰਹੇ ਨੇ। ਪੰਜਾਬ ਸਰਕਾਰ ਦੇ ਵੱਲੋਂ ਕਰੋਨਾ ਵਾਇਰਸ ਨੂੰ ਰੋਕਣ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਕਰੋਨਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪੰਜਾਬ ਦੇ ਵਿੱਚ ਵੀਕਐਂਡ ਲਾਕਡਾਊਨ ਤੇ ਨਾਈਟ ਕਰਫਿਊ ਵੀ ਲਾਗੂ ਕੀਤਾ ਗਿਆ, ਪਰ ਫਿਰ ਵੀ ਇਸ ਦੇ ਬਾਵਜੂਦ ਕਰੋਨਾ ਵਾਇਰਸ ਦੇ ਨਾਲ ਹੁਣ ਤੱਕ ਦੀਆਂ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਨੇ। ਪਿਛਲੇ 24 ਘੰਟਿਆਂ ਦੇ ਵਿੱਚ 106 ਲੋਕਾਂ ਨੇ ਕਰੋਨਾ ਕਰਕੇ ਦਮ ਤੋੜਿਆ ਪੰਜਾਬ ਦੇ ਵਿੱਚ ਤੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੀ 18 ਲੋਕਾਂ ਦੀ ਕਰੋਨਾ ਕਰਕੇ ਜ਼ਿੰਦਗੀ ਚਲੀ ਗਈ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਅੱਜ ਮੌਤਾਂ ਦੀ ਗਿਣਤੀ ਕੱਲ੍ਹ ਦੇ ਮੁਕਾਬਲੇ ਦੁੱਗਣੀ ਹੋ ਗਈ ਹੈ। ਮਾਰਚ ਮਹੀਨੇ ਤੋਂ ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਦੱਸਣਾ ਬਣਦਾ ਹੈ ਕਿ ਪੰਜਾਬ ਅੰਦਰ 71 ਲੋਕ ਵੈਂਟੀਲੇਟਰ ਦੇ ਉੱਤੇ ਨੇ ਤੇ 440 ਮਰੀਜ਼ ਆਕਸੀਜਨ ਤੇ। ਪੰਜਾਬ ਕਰੋਨਾ ਮੌਤਾਂ ਦੇ ਮਾਮਲੇ ਵਿੱਚ ਮਹਾਰਾਸ਼ਟਰ ਤੇ ਗੁਜਰਾਤ ਤੋਂ ਬਾਅਦ ਤੀਜੇ ਨੰਬਰ ਦੇ ਉੱਤੇ ਆ ਗਿਆ। ਪੰਜਾਬ ਦੇ ਵਿੱਚ ਲੰਘੇ ਕੱਲ੍ਹ 59 ਲੋਕਾਂ ਨੇ ਕਰੋਨਾ ਕਰਕੇ ਜ਼ਿੰਦਗੀ ਗਵਾਈ ਸੀ। ਇਹ ਅੰਕੜਾ ਹੁਣ 2 ਗੁਣਾ ਹੋ ਗਿਆ। ਹਾਲਾਂਕਿ ਪੰਜਾਬ ਸਰਕਾਰ ਨੇ ਕੇਂਦਰ ਦੀ ਅਨਲੌਕ ਗਾਈਡਲਾਈਨ ਦੇ ਖਿਲਾਫ ਨਾਈਟ ਕਰਫਿਊ ਤੇ ਵੀਕਐਂਡ ਲਾਕਡਾਊਨ ਕੀਤਾ ਹੋਇਆ। ਦੁਕਾਨਾਂ ਵੀ ਸ਼ਾਮ 6:30 ਵਜੇ ਬੰਦ ਹੋ ਰਹੀਆਂ ਨੇ, ਪਰ ਕਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ। ਕਰੋਨਾ ਵਾਇਰਸ ਦੇ 1514 ਨਵੇਂ ਕੇਸ ਅੱਜ ਸਾਹਮਣੇ ਆਏ। ਸੂਬੇ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਭਗ 57,000 ਹੋ ਗਈ ਹੈ। ਕਰੋਨਾ ਵਾਇਰਸ ਕਰਕੇ 106 ਮੌਤਾਂ ਹੋਣ ਦੀ ਖਬਰ ਸਾਹਮਣੇ ਆਈ ਹੈ ਅੱਜ, ਤੇ ਸੂਬੇ ਦੇ ਵਿੱਚ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਕੁੱਲ 1600 ਤੇ 20 ਦੇ ਨੇੜੇ ਤੇੜੇ ਹੋ ਗਈ ਹੈ। ਬੁੱਧਵਾਰ ਨੂੰ 1514 ਯਾਨੀ ਕਿ ਅੱਜ ਮਰੀਜ਼ ਸਾਹਮਣੇ ਆਏ ਨੇ। ਇਹਦੇ ਵਿੱਚ ਸਭ ਤੋਂ ਵੱਧ ਮਰੀਜ਼ 242 ਲੁਧਿਆਣੇ ਤੋਂ, 171 ਮਰੀਜ਼ ਜਲੰਧਰ ਤੋਂ, 160 ਪਟਿਆਲੇ ਤੋਂ, 112 ਮੋਹਾਲੀ ਤੋਂ ਤੇ 163 ਬਠਿੰਡੇ ਤੋਂ ਸਾਹਮਣੇ ਆਏ। 1595 ਮਰੀਜ਼ ਸਿਹਤਯਾਬ ਵੀ ਹੋਏ ਨੇ। ਸੂਬੇ ਦੇ ਵਿੱਚ ਹੁਣ ਤੱਕ 11,01,900 ਤੇ 12 ਲੋਕਾਂ ਦੇ ਸੈਂਪਲ ਕਰੋਨਾ ਦੇ ਲਈ ਭੇਜੇ ਜਾ ਚੁੱਕੇ ਨੇ, ਜਿਹਦੇ ਵਿੱਚੋਂ 56,999 ਮਰੀਜ਼ ਕਰੋਨਾ ਵਾਇਰਸ ਦੇ ਨਾਲ ਸੰਕਰਮਿਤ ਟੈਸਟ ਕੀਤੇ ਗਏ ਨੇ, ਜਦ ਕਿ 39,742 ਲੋਕ ਸਿਹਤਯਾਬ ਹੋ ਚੁੱਕੇ ਨੇ। ਇਹਨਾਂ ਵਿੱਚ 15,629 ਲੋਕ ਐਕਟਿਵ ਮਰੀਜ਼ ਵੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਸਤੰਬਰ ਮਹੀਨੇ ਦੇ ਵਿੱਚ ਕਰੋਨਾ ਸਿਖਰਲੇ ਪੱਧਰ ਦੇ ਉੱਤੇ ਹੋਵੇਗਾ, ਪਰ ਸਵਾਲ ਇਹ ਹੈ ਕਿ ਕੀ ਕੈਪਟਨ ਸਰਕਾਰ ਨੂੰ ਇਸ ਸਿਖਰਲੇ ਮਾਹੌਲ ਦੇ ਨਾਲ ਨਜਿੱਠਣ ਦੇ ਲਈ ਮੈਡੀਕਲ ਬੰਦੋਬਸਤ ਕਰਨਾ ਚਾਹੀਦਾ ਸੀ ਜਾਂ ਫਿਰ ਨਹੀਂ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਦੋਂ ਕਰੋਨਾ ਸ਼ੁਰੂਆਤ ਹੋਈ ਸੀ ਪੰਜਾਬ ਦੇ ਵਿੱਚ ਉਦੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਇੱਕ ਵਾਰੀ ਲਾਈਵ ਹੋ ਕੇ ਗੱਲ ਕਹੀ ਸੀ ਕਿ ਸਤੰਬਰ ਦਾ ਮਹੀਨਾ ਇਹੋ ਜਿਹਾ ਆਊਗਾ ਜਦੋਂ ਕਰੋਨਾ ਸਿਖਰ ਦੇ ਉੱਤੇ ਹੋਊਗਾ ਪੰਜਾਬ ਦੇ ਵਿੱਚ। ਉਦੋਂ ਕਈ ਲੋਕਾਂ ਨੇ ਇਹ ਗੱਲ ਵੀ ਮੰਨੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹ ਕਿਹੜਾ ਕੋਈ ਭਵਿੱਖਬਾਣੀ ਕਰਨ ਵਾਲੇ ਆ, ਉਹ ਕਿਵੇਂ ਕਹਿ ਸਕਦੇ ਆ। ਉਦੋਂ ਸਾਨੂੰ ਇਹ ਲੱਗਿਆ ਕਿ ਉਹਨਾਂ ਦਾ ਇਹ ਗਲਤ ਬਿਆਨ ਆ, ਪਰ ਜਿਸ ਤਰੀਕੇ ਦੇ ਨਾਲ ਹੁਣ ਕਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਇਉਂ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸਹੀ ਕਹਿੰਦੇ ਸੀ। ਪਰ ਇੱਕ ਸਵਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਲਈ ਵੀ ਹੈ, ਜੇਕਰ ਉਹਨਾਂ ਨੂੰ ਮਾਰਚ ਜਾਂ ਅਪ੍ਰੈਲ ਦੇ ਮਹੀਨੇ ਵਿੱਚ ਇਸ ਗੱਲ ਦਾ ਇਲਮ ਸੀ ਕਿ ਸਤੰਬਰ ਦੇ ਵਿੱਚ ਸਮੱਸਿਆ ਬਹੁਤ ਵੱਧ ਜਾਣੀ ਆ, ਤਾਂ ਫਿਰ ਹੁਣ ਤੱਕ ਢਿੱਲ ਮੱਠ ਕਿਉਂ ਵਰਤੀ ਗਈ। ਸਵਾਲ ਇਹ ਹੈ ਕਿ ਹੁਣ ਤੱਕ ਸਰਕਾਰੀ ਹਸਪਤਾਲਾਂ ਦੀ ਦਿਸ਼ਾ ਦੇ ਵਿੱਚ ਤੇ ਦਸ਼ਾ ਦੇ ਵਿੱਚ ਸੁਧਾਰ ਕਿਉਂ ਨਾ ਕੀਤਾ ਗਿਆ। ਹੁਣ ਤੱਕ ਪ੍ਰਾਈਵੇਟ ਹਸਪਤਾਲ ਆ ਜਿਹੜੇ ਉਹਨਾਂ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਦੇ ਵਿੱਚ ਸਰਕਾਰ ਨੇ ਕਿਉਂ ਨਾ ਲਿਆ, ਕਿਉਂਕਿ ਜੇਕਰ ਇਸ ਵਕਤ ਕੋਈ ਬੰਦਾ ਪ੍ਰਾਈਵੇਟ ਹਸਪਤਾਲ 'ਚ ਜਾਂਦਾ ਤਾਂ ਉਹਦੇ ਲੀੜੇ ਲਾ ਲਏ ਜਾਂਦੇ, ਛਿੱਲ ਲਾਈ ਜਾਂਦੀ ਹੈ। ਜੇ ਸਰਕਾਰੀ ਹਸਪਤਾਲ ਵਿੱਚ ਜਾਂਦਾ ਤਾਂ ਪਤਾ ਕੋਈ ਨਹੀਂ ਬੰਦਾ ਜਿਉਂਦਾ ਜਾਗਦਾ ਕਦੋਂ ਕਿਹੜੇ ਵੇਲੇ ਮੁੱਕ ਜਾਵੇ। ਸੋ ਇਸ ਕਰਕੇ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਸਵਾਲ ਆ। ਚਾਹੀਦਾ ਇਹ ਸੀ ਕਿ ਇਹਨਾਂ 5-6 ਮਹੀਨਿਆਂ ਦੇ ਵਿੱਚ ਸਰਕਾਰ ਤਲੀ ਦੇ ਉੱਤੇ ਸਰੋਂ ਜਮਾ ਕੇ ਦਿਖਾ ਦਿੰਦੀ ਕਿ ਦੇਖੋ ਅਸੀਂ ਅਗਾਊਂ ਪ੍ਰਬੰਧ ਕਰਕੇ ਰੱਖੇ ਆ, ਹੁਣ ਸਾਨੂੰ ਕੋਈ ਖਤਰਾ ਨਹੀਂ, ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਪੈਦਾ ਨਹੀਂ ਹੋਣ ਦੇਵਾਂਗੇ। ਪਰ ਖਤਰਾ ਚੌਗਣਾ ਹੋ ਗਿਆ।
ਤੇ ਪ੍ਰਬੰਧ ਸਾਡੇ ਕੋਲੇ ਬਹੁਤ ਨਿਗੂਣੇ ਆ ਤੇ ਪਤਾ ਸਾਨੂੰ ਮਾਰਚ ਅਪ੍ਰੈਲ ਦੇ ਵਿੱਚ ਹੀ ਲੱਗ ਗਿਆ ਸੀ ਕਿ ਸਤੰਬਰ ਮਹੀਨੇ 'ਚ ਆਹ ਕੁਝ ਹੋ ਜਾਣਾ ਤੇ ਫਿਰ ਸਵਾਲ ਲੋਕਾਂ ਦੇ ਮਨਾਂ ਵਿੱਚ ਪੈਦਾ ਕਿਉਂ ਨਾ ਹੋਣ। ਇਸ ਵਕਤ ਵੀ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਲੋਕਾਂ ਦੇ ਮਨਾਂ ਵਿੱਚ ਸ਼ੱਕ ਹੈ। ਲੋਕਾਂ ਦੇ ਵੱਲੋਂ ਲਗਾਤਾਰ ਅੱਗੇ ਤੋਂ ਅੱਗੇ ਸੂਚਨਾਵਾਂ ਅਫਵਾਹਾਂ ਦੇ ਰੂਪ 'ਚ ਪਹੁੰਚਾਈਆਂ ਜਾ ਰਹੀਆਂ। ਇਸ ਵਕਤ ਹਰਿਆਣੇ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ, ਉੱਥੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲੋਕ ਪਿੰਡਾਂ ਦੇ ਵਿੱਚ ਵੜਨ ਨਹੀਂ ਦੇ ਰਹੇ। ਪੰਜਾਬ ਦੇ ਵਿੱਚ ਵੀ ਲਗਾਤਾਰ ਅੰਗ ਕੱਢ ਲਏ ਜਾਂਦੇ ਆ ਕਰੋਨਾ ਮਰੀਜ਼ਾਂ ਦੇ ਸਰੀਰ ਦੇ ਵਿੱਚੋਂ, ਇਹਦੇ ਬਾਬਤ ਰਿਪੋਰਟਾਂ ਆ ਰਹੀਆਂ। ਹਾਲਾਂਕਿ ਇਹਦੇ ਬਾਬਤ ਹਾਲੇ ਤੱਕ ਕੋਈ ਪੁਖਤਾ ਸਬੂਤ ਸਾਹਮਣੇ ਨਹੀਂ ਆਇਆ, ਪਰ ਸ਼ੱਕ ਤਾਂ ਸ਼ੱਕ ਹੈ। ਤੇ ਸ਼ੱਕ ਕਿਉਂ ਪੈਦਾ ਹੋਇਆ? ਕਿਉਂਕਿ ਸਿਹਤ ਮਹਿਕਮੇ ਦੇ ਵੱਲੋਂ ਕੋਈ ਬੰਦੋਬਸਤ ਢੁਕਵੇਂ ਨਹੀਂ ਕੀਤੇ ਗਏ। ਲੋਕਾਂ ਦਾ ਭਰੋਸਾ ਜਿੱਤਣ ਦੀ ਥਾਂ ਦੇ ਉੱਤੇ ਲੋਕਾਂ ਨੂੰ ਉਹਨਾਂ ਦੇ ਹਾਲ ਦੇ ਉੱਤੇ ਛੱਡ ਦਿੱਤਾ ਗਿਆ। ਇਸ ਵਕਤ ਵੀ ਜ਼ਰੂਰਤ ਇਸ ਗੱਲ ਦੀ ਹੈ ਕਿ ਸਿਰਫ ਤੇ ਸਿਰਫ ਲਾਈਵ ਹੋ ਕੇ ਕੈਪਟਨ ਸਾਹਿਬ ਜਾਣਕਾਰੀ ਨਾ ਦੇਣ ਕਿ ਅਸੀਂ ਇਸ ਥਾਂ ਦੇ ਉੱਤੇ ਪਹੁੰਚ ਗਏ ਆ, ਅੰਕੜਾ ਇੰਨਾ ਹੋ ਗਿਆ, ਇੰਨੇ ਮਰ ਗਏ ਆ, ਇੰਨੇ ਪੀੜਤ ਹੋ ਗਏ ਆ। ਚਾਹੀਦਾ ਇਹ ਹੈ ਕਿ ਪੰਜਾਬ ਦੇ ਨਿੱਜੀ ਹਸਪਤਾਲਾਂ ਨੂੰ ਆਪਣੇ ਨਾਲ ਜੋੜਿਆ ਜਾਵੇ, ਉਹਨਾਂ ਦੇ ਪ੍ਰਬੰਧਾਂ ਨੂੰ ਆਪਣੇ ਹੱਥ ਦੇ ਵਿੱਚ ਕੀਤਾ ਜਾਵੇ, ਕਿਉਂਕਿ ਇਸ ਵਕਤ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਜਾਣ ਦੀ ਥਾਂ ਦੇ ਉੱਤੇ ਲੋਕ ਨਿੱਜੀ ਹਸਪਤਾਲਾਂ ਵੱਲ ਜਾਣਾ ਚਾਹੁੰਦੇ ਆ। ਪੰਜਾਬ ਦੇ ਇਸ ਵਕਤ ਸਰਕਾਰੀ ਸਕੂਲ ਖਾਲੀ ਪਏ ਆ, ਨਿੱਜੀ ਸਕੂਲ ਵੀ ਖਾਲੀ ਪਏ ਆ, ਉਹਨਾਂ ਨੂੰ ਇਕਾਂਤਵਾਸ ਦੇ ਰੂਪ ਦੇ ਵਿੱਚ ਵਰਤਿਆ ਜਾ ਸਕਦਾ। ਇਸ ਵਕਤ ਘਰ ਘਰ ਦੇ ਵਿੱਚ ਜਾ ਕੇ ਸਿਹਤ ਵਿਭਾਗ ਦੀਆਂ ਟੀਮਾਂ ਜੇਕਰ ਪੜਤਾਲ ਕਰਨ, ਨਮੂਨੇ ਲੈਣ ਤੇ ਲੋਕਾਂ ਦਾ ਭਰੋਸਾ ਜਿੱਤ ਕੇ ਨਮੂਨੇ ਲੈਣ ਤਾਂ ਮਸਲੇ ਦਾ ਹੱਲ ਹੋ ਸਕਦਾ। ਨਹੀਂ ਤਾਂ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਅੰਦਰ ਬੇਭਰੋਸਗੀ ਵਧੀ ਹੈ, ਜਿਵੇਂ ਲੋਕਾਂ ਦੇ ਅੰਦਰ ਲਾਪਰਵਾਹੀ ਵਧੀ ਹੈ ਤੇ ਜਿਵੇਂ ਸਾਡਾ ਢਾਂਚਾ ਬਣਿਆ ਹੋਇਆ ਕੁੱਲ, ਉਹਦੇ ਕਰਕੇ ਇਹ ਸਮੱਸਿਆ ਬਹੁਤ ਅੱਗੇ ਵਧਣੀ ਹੈ, ਜਿਹਦੇ ਬਾਬਤ ਹਾਲੇ ਅਸੀਂ ਕਿਆਸ ਨਹੀਂ ਕਰ ਰਹੇ। 1.5 ਸਾਲ ਬਾਅਦ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਤੇ ਮਸ਼ਕਾਂ ਹੁਣ ਤੋਂ ਤਿਆਰ ਕੀਤੀਆਂ ਜਾ ਰਹੀਆਂ। 1.5 ਸਾਲ ਬਾਅਦ ਜੋ ਵੀ ਨਤੀਜੇ ਹੋਣਗੇ, ਜਦੋਂ ਵੀ ਵੋਟਾਂ ਪੈਣਗੀਆਂ, ਜਿੰਨੀ ਤਰੀਕ ਨੂੰ ਵੀ ਪੈਣਗੀਆਂ, ਜਿਹੜੇ ਮਹੀਨੇ 'ਚ ਵੀ ਪੈਣਗੀਆਂ, ਉਹਦੇ ਬਾਬਤ ਆਪਾਂ ਹੁਣੇ ਭਵਿੱਖਬਾਣੀ ਨਹੀਂ ਕਰ ਸਕਦੇ। ਪਰ ਪੰਜਾਬ ਦੇ ਰਾਜਨੀਤਿਕ ਅਖਾੜੇ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਕੌਣ ਢਹਿ ਜਾਊਗਾ ਤੇ ਕਿਹਨੇ ਇੱਥੇ ਬੜਕ ਮਾਰਨੀ ਹੈ ਤੇ ਕਿਹਨੇ ਥਾਪੀ ਮਾਰ ਕੇ ਦੂਜੇ ਨੂੰ ਲਲਕਾਰ ਦੇਣਾ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ। ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਕਰੋਨਾ ਮਿਟਣ ਤੋਂ ਬਾਅਦ, ਕਰੋਨਾ ਦੀਆਂ ਖਬਰਾਂ ਜਦੋਂ ਖਤਮ ਹੋ ਗਈਆਂ, ਉਸ ਤੋਂ ਬਾਅਦ ਅਚਾਨਕ ਸਾਹਮਣੇ ਆ ਕੇ ਤੇ ਆਪਣਾ ਧੂਆਂਧਾਰ ਪ੍ਰਚਾਰ ਸ਼ੁਰੂ ਕਰਨਗੇ। ਉਹ ਕਿਹੜੇ ਪਾਸੇ ਜਾਣਗੇ ਹੁਣੇ ਕੁਝ ਕਹਿ ਨਹੀਂ ਸਕਦੇ। ਭਰੋਸੇਯੋਗ ਸੂਤਰ ਇਹ ਵੀ ਗੱਲ ਕਹਿੰਦੇ ਆ ਕਿ ਸਿੱਧੂ ਹੋਰੀ ਸ਼ਾਇਦ ਇਸ ਕਰਕੇ ਚੁੱਪ ਹੈ ਵੀ ਹੁਣ ਬੋਲੇ ਦਾ ਫਾਇਦਾ ਕੋਈ ਨਹੀਂ, ਕਰੋਨਾ 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 ਚਾਰੇ ਪਾਸੇ ਇਹ ਖਬਰਾਂ ਪੈਦਾ ਹੋ ਰਹੀਆਂ ਜਦੋਂ, ਤਾਂ ਫਿਰ ਇਸ ਵਕਤ ਬੋਲਣ ਦਾ ਕੋਈ ਲਾਭ ਨਹੀਂ। ਇਹ ਜਿਹੜੀਆਂ ਸੂਚਨਾਵਾਂ ਨਸ਼ਰ ਹੋ ਰਹੀਆਂ, ਇਹਦੇ ਵਿੱਚੋਂ ਕਿੰਨੀਆਂ ਕੁ ਸਹੀ ਹੈ ਕੁਝ ਕਹਿ ਨਹੀਂ ਸਕਦੇ, ਪਰ ਸਿੱਧੂ ਦੀ ਚੁੱਪ ਭੇਤ ਭਰੀ ਬਣੀ ਹੋਈ ਹੈ ਤੇ ਸਿੱਧੂ ਦੀ ਚੁੱਪ ਦੇ ਕਈ ਤਰ੍ਹਾਂ ਦੇ ਅਰਥ ਕੱਢੇ ਜਾ ਰਹੇ ਆ। ਪਰ 2022 ਦੇ ਵਿੱਚ ਹੋਊਗਾ ਕੀ, ਇਹਦੇ ਬਾਬਤ ਜਿੱਥੇ ਵੀ ਚਾਰ ਬੰਦੇ ਬੈਠਦੇ ਅੰਦਾਜ਼ਾ ਜ਼ਰੂਰ ਲਾਉਂਦੇ ਆ। ਕੋਈ ਇਹ ਗੱਲ ਕਹਿੰਦਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਿਕੰਮੀ ਸਾਬਤ ਹੋਈ ਆ, ਕਿਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਠੀਕ ਹੀ ਆ, ਕਿਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਕਾਲੀ ਦਲ ਬਾਦਲ ਨੇ ਫਿਰ ਉੱਭਰ ਕੇ ਆ ਜਾਣਾ, ਤੇ ਕਿਸੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਐਤਕੀ ਆਮ ਆਦਮੀ ਪਾਰਟੀ ਨੇ ਫੱਟੀ ਦੇ ਵਿੱਚ ਕਿੱਲ ਲਾ ਦੇਣਾ। ਕੋਈ ਇਹ ਗੱਲ ਕਹਿਣਾ ਕਿ ਢੀਂਡਸਿਆਂ ਦਾ ਜਿਹੜਾ ਉਹ ਸੰਪਰਕ ਭਾਜਪਾ ਦੇ ਨਾਲ ਹੈ ਤੇ ਭਾਜਪਾ ਨੇ ਢੀਂਡਸਾ ਗਰੁੱਪ ਨੂੰ ਅੱਗੇ ਕਰ ਦੇਣਾ। ਮਤਲਬ ਇਹ ਹੈ ਕਿ ਸਭ ਆਪਣੀ ਸੋਚ ਦੇ ਮੁਤਾਬਕ, ਆਪਣੀ ਬੌਧਿਕਤਾ ਦੇ ਮੁਤਾਬਕ ਵਿਚਾਰ ਪੇਸ਼ ਕਰ ਰਹੇ ਆ। ਪਰ ਇਹ ਗੱਲ ਪੱਕੀ ਹੈ ਕਿ ਆਉਂਦੀਆਂ ਚੋਣਾਂ ਜਿਹੜੀਆਂ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ ਤੇ ਭਗਵੰਤ ਮਾਨ, ਇਹਨਾਂ ਚਾਰ ਚਿਹਰਿਆਂ ਦੇ ਉੱਤੇ ਕੇਂਦਰਿਤ ਹੋਣਗੀਆਂ, ਕਿਉਂਕਿ ਪੰਜਵਾਂ ਚਿਹਰਾ ਇਸ ਵਕਤ ਉਹਨੇ ਵੱਡੇ ਉਭਾਰ ਵਾਲਾ ਜਾਪਦਾ ਨਹੀਂ। ਅਸੀਂ ਜੋ ਮਰਜ਼ੀ ਕਹੀਏ ਕਿ ਕਾਵੀ ਚਿਹਰਾ ਹੋ ਸਕਦਾ ਹੈ, ਕਾਵੀ ਚਿਹਰਾ ਹੋ ਸਕਦਾ ਹੈ, ਪਰ ਪੰਜਾਬ ਦੇ ਵਿੱਚ ਜੇਕਰ ਅਸੀਂ 3-4 ਪਾਰਟੀਆਂ ਦੀ ਗੱਲ ਕਰਨੀ ਹੋਵੇ ਤਾਂ ਉਹਨਾਂ ਦੇ ਵਿੱਚੋਂ ਇਹ ਚਿਹਰੇ ਹਾਲ ਦੀ ਘੜੀ ਉੱਭਰੇ ਆ ਤੇ ਇਹਨਾਂ ਦੇ ਵਿੱਚ ਹੀ ਮੁਕਾਬਲਾ ਹੋਣਾ ਤੇ ਵੋਟਾਂ ਦਾ ਜਿਹੜਾ ਪ੍ਰਬੰਧ ਆ ਉਹ ਇਹਨਾਂ ਲੋਕਾਂ ਦੇ ਚਿਹਰਿਆਂ ਦੇ ਆਧਾਰ ਦੇ ਉੱਤੇ ਹੋਣਾ। ਇਹ ਗੱਲ ਪੱਕੀ ਮੰਨੀ ਜਾ ਰਹੀ ਹੈ ਕਿ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਨੇ ਚਿਹਰਾ ਪੇਸ਼ ਕਰਨਾ, ਸੁਖਬੀਰ ਸਿੰਘ ਬਾਦਲ ਹੈਗੇ ਹੀ ਚਿਹਰੇ ਦੇ ਤੌਰ ਦੇ ਉੱਤੇ, ਭਾਜਪਾ ਨੇ ਕਿਹਦੀ ਮਦਦ ਕਰਨੀ ਹੈ, ਕਿ ਉਹ ਆਪਣਾ ਵੱਖਰਾ ਸਿੱਖ ਚਿਹਰਾ ਲੱਭੂਗੀ, ਇਹ ਆਉਂਦੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ। ਬਾਕੀ ਜਿਹੜਾ ਚੌਥਾ ਮੋਰਚਾ ਬਣੂਗਾ ਉਹਦੇ ਵਿੱਚ ਕੌਣ ਕੌਣ ਸ਼ਾਮਲ ਹੋਊਗਾ ਕੁਝ ਕਹਿ ਨਹੀਂ ਸਕਦੇ। ਨਵਜੋਤ ਸਿੰਘ ਸਿੱਧੂ ਆਉਂਦੇ ਸਮੇਂ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਹੋਊਗਾ ਹੀ ਹੋਊਗਾ, ਭਾਵੇਂ ਕਾਂਗਰਸ ਦੇ ਵੱਲੋਂ ਹੋਵੇ ਤੇ ਭਾਵੇਂ ਭਾਜਪਾ ਦੇ ਵੱਲੋਂ ਹੋਵੇ, ਤੇ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਲੜਨੀ ਆ ਆਪਣੇ ਚਿਹਰੇ ਦੇ ਆਧਾਰ ਦੇ ਉੱਤੇ। ਕਹਿਣ ਦਾ ਭਾਵ ਇਹ ਹੈ ਕਿ ਚਾਰਾਂ ਦੀ ਗੱਲ ਤੈਅ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 2022 ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਤਿਆਰੀਆਂ ਹੁਣੇ ਤੋਂ ਸ਼ੁਰੂ ਹੋ ਚੁੱਕੀਆਂ ਨੇ, ਪਰ ਗੱਲ ਇਹ ਹੈ ਕਿ ਕਰੋਨਾ ਮਹਾਮਾਰੀ ਦੇ ਕਰਕੇ ਹਾਲੇ ਤਿਆਰੀਆਂ ਮੱਠੀਆਂ ਚੱਲ ਰਹੀਆਂ ਨੇ। ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਾਦਲ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦੇ ਖਿਲਾਫ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉਸ ਤੋਂ ਬਾਅਦ ਇਹ ਗੱਲ ਕਹਿਣੀ ਕੁਥਾਂ ਨਹੀਂ ਹੋਏਗੀ ਕਿ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਬਾਦਲ ਲੋਕਾਂ ਦੇ ਮਨਾਂ ਦੇ ਵਿੱਚ ਵਿਰੋਧੀ ਧਿਰ ਦੇ ਤੌਰ ਦੇ ਉੱਤੇ ਸਥਾਪਿਤ ਹੋਣ ਦੀ ਕੋਸ਼ਿਸ਼ ਕਰ ਰਹੇ ਨੇ। ਭਾਵੇਂ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਐਤਕੀ ਆਮ ਆਦਮੀ ਪਾਰਟੀ ਦੂਜੇ ਨੰਬਰ ਦੇ ਉੱਤੇ ਰਹੀ, ਯਾਨੀ ਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਰੂਪ ਦੇ ਵਿੱਚ ਆਈ, ਪਰ ਉਸ ਦੇ ਬਾਵਜੂਦ ਅਕਾਲੀ ਦਲ ਦੇ ਵੱਲੋਂ ਆਪਣਾ ਉਭਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਅਕਾਲੀ ਦਲ ਬਾਦਲ ਦੇ ਵੱਲੋਂ ਨਿੱਠ ਕੇ ਪ੍ਰਚਾਰ ਵੀ ਕੀਤਾ ਜਾ ਰਿਹਾ।
ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਕਿਹੜੇ ਪਾਸੇ ਜਾਣਗੇ ਤੇ ਭਗਵੰਤ ਮਾਨ ਨੂੰ ਕੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਚਿਹਰੇ ਦੇ ਤੌਰ ਦੇ ਉੱਤੇ ਪੇਸ਼ ਕਰੇਗੀ ਤੇ ਭਾਜਪਾ ਨੇ ਜੇਕਰ ਢੀਂਡਸਾ ਪਰਿਵਾਰ ਨੂੰ ਅੱਗੇ ਕਰਕੇ ਚੋਣਾਂ ਲੜਨੀਆਂ ਹੋਈਆਂ ਤਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤੇ ਜੇਕਰ ਨਾ ਉਹਨਾਂ ਨੂੰ ਅੱਗੇ ਕੀਤਾ ਤਾਂ ਕੀ ਉਹ ਇਕੱਲੇ ਤੌਰ ਦੇ ਉੱਤੇ ਕਿਸੇ ਸਿੱਖ ਚਿਹਰੇ ਨੂੰ ਅੱਗੇ ਕਰਕੇ ਚੋਣ ਲੜੇਗੀ। ਇਹ ਵਕਤ ਬਿਆਨ ਕਰੇਗਾ। ਪਰ ਪੰਜਾਬ ਦੇ ਵਿੱਚ ਜਿੱਥੇ ਵੀ ਚਾਰ ਬੰਦੇ ਬੈਠਦੇ ਨੇ ਉਹਨਾਂ ਦੇ ਵੱਲੋਂ ਪੰਜਾਬ ਦੀ ਆਉਂਦੀ ਰਾਜਨੀਤੀ ਦੇ ਮੁਤਲਕ ਚਰਚੇ ਜ਼ਰੂਰ ਕੀਤੇ ਜਾ ਰਹੇ ਨੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਬੇਸ਼ੱਕ ਚੋਣਾਂ ਦੇ ਵਿੱਚ ਹਾਲੇ 1.5 ਸਾਲ ਪਿਆ ਪਰ ਹੁਣੇ ਤੋਂ ਗਿਣਤੀਆਂ ਮਿਣਤੀਆਂ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ। ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਜੇਕਰ ਕਰੋਨਾ ਪੰਜਾਬ ਦੇ ਵਿੱਚ ਇਸ ਪੱਧਰ ਦੇ ਉੱਤੇ ਨਾ ਫੈਲਿਆ ਹੁੰਦਾ ਤਾਂ ਪੰਜਾਬ ਦੇ ਵਿੱਚ ਰਾਜਨੀਤੀ ਹੁਣ ਨਾਲੋਂ ਕਈ ਗੁਣਾ ਵੱਡੀ ਹੋਣੀ ਸੀ। ਪੰਜਾਬ ਦੇ ਵਿੱਚ ਜੋੜ ਤੋੜ ਦਾ ਸਿਲਸਿਲਾ ਹੁਣ ਨਾਲੋਂ ਕਈ ਗੁਣਾ ਵੱਡਾ ਸਾਨੂੰ ਨਜ਼ਰ ਆਉਂਦਾ। ਪਰ ਇਸ ਵਕਤ ਭਗਵੰਤ ਮਾਨ ਹੋਰਾਂ ਨੂੰ ਹੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਆਪ ਦੇ ਵੱਲੋਂ ਪੇਸ਼ ਕਰਨ ਦੀ ਚਰਚਾ, ਕਿਉਂਕਿ ਤੁਸੀਂ ਗੁਣਾ ਘਟਾਓ ਕਰਕੇ ਦੇਖ ਲਵੋ ਕਿਸੇ ਵੀ ਹੋਰ ਨੇਤਾ ਵੱਲ ਝਾਤ ਮਾਰ ਲਵੋ ਭਗਵੰਤ ਮਾਨ ਦੇ ਬਰਾਬਰ ਹਾਲ ਦੀ ਘੜੀ ਕੋਈ ਨਜ਼ਰ ਨਹੀਂ ਆ ਰਿਹਾ। ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਦੇ ਲਈ ਬਹੁਤ ਬੋਚ ਕੇ ਪੈਰ ਪੱਟਣਗੇ। ਆਉਂਦੇ ਸਮੇਂ ਦੇ ਵਿੱਚ ਉਹਨਾਂ ਨੇ ਪਿਛਲੀ ਵਾਰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਤੋਂ ਬਿਨਾਂ ਆਪਣੇ ਹੱਥ ਦੇ ਵਿੱਚੋਂ ਬਾਜ਼ੀ ਗਵਾ ਲਈ ਹੈ। ਪਰ ਐਤਕੀ ਉਹ ਇਹ ਗਲਤੀ ਨਹੀਂ ਕਰਨਗੇ। ਐਤਕੀ ਕੇਜਰੀਵਾਲ ਨੂੰ ਵੀ ਪਤਾ ਕਿ ਸਿੱਖ ਚਿਹਰਾ ਮੂਹਰੇ ਕਰਨਾ ਪੈਣਾ ਤੇ ਉਹਦੇ ਬਿਨਾਂ ਐਤਕੀ ਦਾਲ ਗਲਣੀ ਨਹੀਂ। ਉਸ ਤੋਂ ਅਗਲੀ ਗੱਲ ਇਹ ਹੈ ਕਿ ਭਾਜਪਾ ਵੀ ਇਕੱਲੇ ਤੌਰ ਦੇ ਉੱਤੇ ਚੋਣ ਲੜਨ ਦੀ ਚਾਹਵਾਨ ਆ, ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਦੇ ਭਾਜਪਾਈ ਨੇਤਾ ਅੱਖਾਂ ਦਿਖਾਉਂਦੇ ਆ ਉਸ ਤੋਂ ਬਾਅਦ ਲੱਗਦਾ ਕਿ ਆਉਂਦੇ ਸਮੇਂ ਦੇ ਵਿੱਚ ਕੋਈ ਵੀ ਪਟਾਕਾ ਪੈ ਸਕਦਾ। ਪਰ ਇਹ ਵਕਤ ਦੱਸੂਗਾ ਕਿ ਕਿਹੜਾ ਸਿੱਖ ਚਿਹਰਾ ਭਾਜਪਾ ਆਪਣੇ ਨਾਲ ਜੋੜ ਕੇ ਤੇ ਪੱਤੇ ਖੋਲ੍ਹਦੀ ਹੈ। ਉਸ ਤੋਂ ਅਗਲੀ ਗੱਲ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ। ਸੁਖਬੀਰ ਸਿੰਘ ਬਾਦਲ ਹੋਰੀ ਵੀ ਪਿਛਲੇ ਕੁਝ ਕੁ ਮਹੀਨਿਆਂ ਤੋਂ ਬੇਹੱਦ ਸਰਗਰਮ ਹੋਏ ਆ। ਉਹਨਾਂ ਨੇ ਜਿਸ ਤਰੀਕੇ ਦੇ ਨਾਲ ਮਾਝਾ ਖੇਤਰ ਦੇ ਵਿੱਚ ਜ਼ਹਿਰੀਲੀ ਦਾਰੂ ਦੇ ਨਾਲ ਮਰਨ ਵਾਲੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ ਦਿਵਾਉਣ ਦੀ ਲੜਾਈ ਲੜੀ ਹੈ, ਜਿਸ ਤਰੀਕੇ ਦੇ ਨਾਲ ਸਾਧੂ ਸਿੰਘ ਧਰਮਸੋਤ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਅਕਾਲੀ ਦਲ ਦੇ ਵੱਲੋਂ, ਇੱਕਦਮ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਉਭਾਰ ਨਜ਼ਰ ਆ ਰਿਹਾ ਤੇ ਅਗਰੈਸਿਵ ਤੌਰ ਦੇ ਉੱਤੇ ਅਕਾਲੀ ਦਲ ਆ ਜਿਹੜਾ ਉਹ ਵਿਚਰਨਾ ਸ਼ੁਰੂ ਹੋਇਆ। ਜੇ ਗੱਲ ਕਰਦੇ ਨਵਜੋਤ ਸਿੰਘ ਸਿੱਧੂ ਦੀ, ਬੇਸ਼ੱਕ ਨਾ ਵੱਡਾ ਪਰ ਉਹਨਾਂ ਦੀ ਚੁੱਪ ਆ ਜਿਹੜੀ ਉਹ ਭੇਤ ਭਰੀ ਹੈ, ਜਿਹਦੇ ਕਰਕੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਕਿ ਉਹ ਕਾਂਗਰਸ 'ਚ ਰਹਿਣਗੇ ਜਾਂ ਛੜੱਪਾ ਮਾਰ ਕੇ ਭਾਜਪਾ 'ਚ ਜਾਣਗੇ। ਤੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਆ ਕਿ ਮੇਰੀ ਇਹ ਆਖਰੀ ਚੋਣ ਨਹੀਂ ਸੀ, ਜਿੰਨੀ ਦੇਰ ਤੱਕ ਪੰਜਾਬ ਦੇ ਸਾਰੇ ਮਸਲੇ ਹੱਲ ਨਹੀਂ ਹੁੰਦੇ ਮੈਂ ਕਿਤੇ ਨਹੀਂ ਚੱਲਿਆ। ਸੋ ਉਹਨਾਂ ਦੇ ਤਾਂ ਦੁਬਾਰਾ ਚੋਣ ਲੜਨ ਦੇ ਤੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਚਿਹਰੇ ਦੇ ਤੌਰ ਦੇ ਉੱਤੇ ਚੋਣ ਲੜਨ ਦੇ ਚਰਚੇ ਛਿੜਦੇ ਹੀ ਆ। ਸੋ ਪੰਜਾਬ ਦੇ ਵਿੱਚ 4-5 ਚਿਹਰੇ ਇਹੋ ਜਿਹੇ ਆ ਜਿਨ੍ਹਾਂ ਨੇ ਆਉਂਦੇ ਸਮੇਂ ਦੇ ਵਿੱਚ ਲੋਕਾਂ ਦਾ ਧਿਆਨ ਖਿੱਚੀ ਰੱਖਣਾ ਤੇ 1.5 ਸਾਲ ਬਾਅਦ ਹੋਣ ਵਾਲੀਆਂ ਵੋਟਾਂ ਪੈਣ ਵਾਲੀਆਂ ਵੋਟਾਂ ਦੇ ਉੱਤੇ ਬਹੁਤ ਵੱਡਾ ਅਸਰ ਛੱਡਣਾ। ਇੱਕ ਗਾਣੇ ਦੇ ਬੋਲ ਹਮੇਸ਼ਾ ਚੇਤੇ ਦੇ ਵਿੱਚ ਆਉਂਦੇ ਆ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨਹੀਂ ਉਹ ਬੰਦਿਆਂ ਚੜਾਈਆਂ ਰਹਿੰਦੀਆਂ। ਸੁਮੇਧ ਸੈਣੀ ਦਾ ਅੱਜ ਕੱਲ੍ਹ ਉਹੀ ਹਾਲ ਹੈ। ਕਿਸੇ ਵੇਲੇ ਸੁਮੇਧ ਸੈਣੀ ਦੇ ਕਹੇ ਬਿਨਾਂ ਪੱਤਾ ਨਹੀਂ ਸੀ ਹਿਲਦਾ, ਤੂਤੀ ਐਸੀ ਬੋਲਦੀ ਸੀ ਜੋ ਗਲਤ ਕਰਤਾ ਉਹ ਵੀ ਸਹੀ ਮੰਨਣਾ ਪੈਣਾ ਤੇ ਸਹੀ ਬਹੁਤ ਘੱਟ ਹੁੰਦਾ ਸੀ। ਸੁਮੇਧ ਸੈਣੀ ਉਮਰ ਦੇ ਇਸ ਪੜਾਅ ਦੇ ਵਿੱਚ ਜਿਸ ਤਰੀਕੇ ਨਾਲ ਬਦਨਾਮੀ ਖੱਟ ਚੁੱਕਿਆ ਤੇ ਜਿਸ ਤਰੀਕੇ ਨਾਲ ਸੁਮੇਧ ਸੈਣੀ ਦੇ ਉੱਤੇ ਦੋਸ਼ ਲੱਗੇ ਆ, ਜਿਸ ਤਰੀਕੇ ਦੇ ਨਾਲ 1991 ਦਾ ਮਾਮਲਾ ਉੱਠਿਆ ਤੇ ਜਿਸ ਤਰੀਕੇ ਨਾਲ 29 ਸਾਲ ਦੇ ਸਫ਼ਰ ਦੇ ਵਿੱਚ ਯਾਨੀ ਕਿ 29 ਸਾਲ ਬੀਤਣ ਤੋਂ ਬਾਅਦ ਉਹਦੇ ਉੱਤੇ 302 ਦਾ ਪਰਚਾ ਦਰਜ ਹੋਇਆ ਤੇ ਹੁਣ ਉਹਦੇ ਵੱਲੋਂ ਅਦਾਲਤਾਂ ਦੇ ਚੱਕਰ ਕੱਟੇ ਜਾ ਰਹੇ ਆ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਾਊਂ ਜ਼ਮਾਨਤ ਲੈ ਲਈਏ। ਕਹਿਣ ਦਾ ਭਾਵ ਇਹ ਆ ਕਿ ਔਖੇ ਵੇਲੇ ਦੇ ਵਿੱਚੋਂ ਇਸ ਵਕਤ ਸੁਮੇਧ ਸੈਣੀ ਲੰਘ ਰਿਹਾ। ਪਰ ਜਿਹੜੇ ਲੋਕ ਸੈਣੀ ਦੇ ਕਰਕੇ ਜਾਂ ਹੋਰ ਪੁਲਿਸ ਅਧਿਕਾਰੀਆਂ ਦੇ ਕਰਕੇ ਔਖੇ ਸਮੇਂ ਦੇ ਵਿੱਚੋਂ ਲੰਘੇ ਆ, ਜਿਨ੍ਹਾਂ ਦੇ ਚੁੱਲ੍ਹਿਆਂ ਦੇ ਵਿੱਚ ਕਦੇ ਅੱਗ ਨਹੀਂ ਬਲੀ ਤੇ ਚੁੱਲ੍ਹਿਆਂ ਦੇ ਵਿੱਚ ਘਾਹ ਉਗਾਇਆ, ਉਹ ਵੀ ਉਸ ਪੁਰਾਣੇ ਵੇਲੇ ਨੂੰ ਕਦੇ ਭੁਲਾ ਨਹੀਂ ਸਕਣਗੇ ਕਿ ਸਾਡੇ ਨਾਲ ਹੋਇਆ ਵਾਪਰਿਆ ਕੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਸੈਣੀ ਇਸ ਵਕਤ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਲੈਣ ਦੇ ਲਈ ਕੀ ਚਾਰੇ ਚੱਲ ਰਿਹਾ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਸਾਬਕਾ IAS ਅਧਿਕਾਰੀ ਦੇ ਬੇਟੇ ਤੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਤ ਭਰੇ ਹਾਲਾਤ ਦੇ ਵਿੱਚ ਲਾਪਤਾ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੂਬੇ ਦੇ ਸਾਬਕਾ DGP ਸੁਮੇਧ ਸੈਣੀ ਨੇ ਅਗਾਊਂ ਜ਼ਮਾਨਤ ਦੇ ਲਈ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ। ਸੈਣੀ ਨੇ ਆਪਣੇ ਵਕੀਲ ਦੇ ਰਾਹੀਂ ਹਾਈ ਕੋਰਟ ਦੇ ਵਿੱਚ ਅਰਜ਼ੀ ਦਾਇਰ ਕਰਕੇ ਮੋਹਾਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਹੈ। ਬੀਤੇ ਦਿਨੀ ਜ਼ਿਲ੍ਹਾ ਅਦਾਲਤ ਨੇ ਸਾਬਕਾ DGP ਨੂੰ ਵੱਡਾ ਝਟਕਾ ਦਿੰਦਿਆਂ ਉਸ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਨੂੰ ਮੁੱਢੋਂ ਰੱਦ ਕਰ ਦਿੱਤਾ ਸੀ। ਸਾਬਕਾ DGP ਸੁਮੇਧ ਸੈਣੀ ਨੇ ਮੋਹਾਲੀ ਦੇ ਮਟੌਰ ਥਾਣੇ ਦੇ ਵਿੱਚ ਉਹਨਾਂ ਦੇ ਖਿਲਾਫ ਦਰਜ ਅਪਰਾਧਿਕ ਕੇਸ ਨੂੰ ਬੰਦ ਕਰਵਾਉਣ ਦੇ ਲਈ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਉਹਨਾਂ ਦੀ ਅਰਜ਼ੀ ਦੇ ਉੱਤੇ ਅੱਜ ਸੁਣਵਾਈ ਹੋਣੀ ਸੀ। ਪਰ ਸੰਬੰਧਿਤ ਜੱਜ ਨੇ ਇਸ ਮਾਮਲੇ ਤੋਂ ਵੱਖ ਹੁੰਦਿਆਂ ਸੈਣੀ ਦੀ ਅਰਜ਼ੀ ਨੂੰ ਅਗਲੀ ਕਾਰਵਾਈ ਵਾਸਤੇ ਚੀਫ ਜਸਟਿਸ ਦੇ ਕੋਲ ਭੇਜ ਦਿੱਤਾ। ਹੁਣ ਅਗਲੇ 1-2 ਦਿਨਾਂ ਦੇ ਵਿੱਚ ਚੀਫ ਜਸਟਿਸ ਦੇ ਵੱਲੋਂ ਇਹ ਕੇਸ ਕਿਸੇ ਦੂਜੀ ਅਦਾਲਤ ਦੇ ਵਿੱਚ ਤਬਦੀਲ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ।
ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸੁਮੇਧ ਸੈਣੀ ਨੇ ਕਦੇ ਕਿਆਸ ਨਹੀਂ ਕੀਤਾ ਹੋਣਾ ਕਿ ਉਮਰ ਦੇ ਇਸ ਮੋੜ ਦੇ ਉੱਤੇ ਇਹੋ ਜਿਹਾ ਪੇਚਾ ਵੀ ਪੈ ਸਕਦਾ, ਇਹੋ ਜਿਹੀ ਬਦਨਾਮੀ ਤੇ ਇਹੋ ਜਿਹੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ। ਮਟੌਰ ਥਾਣੇ ਦੇ ਵਿੱਚ ਪਰਚਾ ਦਰਜ ਹੋਇਆ, ਮੋਹਾਲੀ ਦੀ ਅਦਾਲਤ ਦੇ ਵੱਲੋਂ ਅਗਾਊਂ ਜ਼ਮਾਨਤ ਦੀ ਅਰਜ਼ੀ ਤੇ ਕਾਂਟਾ ਫੇਰ ਦਿੱਤਾ ਗਿਆ। ਹੱਕ ਉਹਦੇ ਕੋਲੇ ਸੀ ਕਿ ਹਾਈ ਕੋਰਟ ਦੇ ਵਿੱਚ ਜਾਂਦਾ ਤੇ ਹਾਈ ਕੋਰਟ ਦੇ ਵਿੱਚ ਗਿਆ ਵੀ, ਪਰ ਹਾਈ ਕੋਰਟ ਦੇ ਵੱਲੋਂ ਜਿਸ ਤਰੀਕੇ ਨਾਲ ਜੱਜ ਸਾਹਿਬ ਦੇ ਵੱਲੋਂ ਇੱਕਦਮ ਖੁਦ ਨੂੰ ਵੱਖ ਕਰ ਲਿਆ ਗਿਆ ਇਸ ਕੇਸ ਤੋਂ ਤੇ ਮਾਮਲਾ ਇਹ ਚੀਫ ਜਸਟਿਸ ਦੇ ਕੋਲੇ ਪਹੁੰਚ ਚੁੱਕਿਆ। ਹੁਣ ਕਿਹੜੀ ਅਦਾਲਤ ਦੀ ਚੋਣ ਹੁੰਦੀ ਹੈ ਇਹ ਵਕਤ ਦੱਸੂਗਾ, ਕਿਹੜੇ ਬੈਂਚ ਦੇ ਕੋਲੇ ਇਹ ਅਗਾਊਂ ਜ਼ਮਾਨਤ ਦੀ ਅਰਜ਼ੀ ਜਾਂਦੀ ਹੈ ਇਹ ਵਕਤ ਦੱਸੂਗਾ। ਪਰ ਇਹ ਹੁਣ ਕਿਆਸ ਕੀਤੇ ਜਾ ਰਹੇ ਆ ਕਿ ਪੰਜਾਬ ਦੀ ਪੁਲਿਸ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਚਾਰਾਜ਼ੋਈ ਅਪਣਾ ਰਹੀ ਹੈ। ਸੋ ਕੀ ਸੁਮੇਧ ਸੈਣੀ ਦੀ ਛੇਤੀ ਗ੍ਰਿਫਤਾਰੀ ਹੋਊ? ਕੀ 2-3 ਦਿਨਾਂ ਦੇ ਵਿੱਚ ਹਾਈ ਕੋਰਟ ਦੇ ਵੱਲੋਂ ਸੁਮੇਧ ਸੈਣੀ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਦੇ ਉੱਤੇ ਸੁਣਵਾਈ ਕਰਕੇ ਕੋਈ ਹਾਂ ਪੱਖੀ ਹੁੰਗਾਰਾ ਦਿੱਤਾ ਜਾਊ ਜਾਂ ਇੱਥੋਂ ਵੀ ਮੁੱਢੋਂ ਰੱਦ ਕਰ ਦਿੱਤਾ ਜਾਊਗਾ ਜ਼ਮਾਨਤ ਦੀ ਅਰਜ਼ੀ ਨੂੰ? ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਰ ਸਿਆਣੇ ਇਹ ਗੱਲ ਕਹਿੰਦੇ ਆ ਕਿ ਜੋ ਤੁਸੀਂ ਬੀਜਦੇ ਹੋ ਵੱਢਦੇ ਵੀ ਤੁਸੀਂ ਉਹੋ ਜਾਂ। ਸੁਮੇਧ ਸੈਣੀ ਤੇ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਦੇ ਉੱਤੇ ਕਈ ਤਰ੍ਹਾਂ ਦੇ ਦੋਸ਼ ਸਮੇਂ-ਸਮੇਂ ਤੇ ਲੱਗੇ ਆ ਤੇ ਜੋ ਇਸ ਵਕਤ ਹਾਲਾਤ ਆ ਇਹਦੇ ਮੁਤਲਕ ਆਪਾਂ ਸਾਰੇ ਜਾਣਦੇ ਆ। ਪਰ ਇਹ ਵੀ ਜ਼ਰਾ ਸੋਚਣਾ ਬਣਦਾ ਹੈ ਕਿ ਕਈ ਦਹਾਕੇ ਬੀਤ ਜਾਣ, ਕਿਸੇ ਦਾ ਪੁੱਤ ਮਾਰ ਦਿੱਤਾ ਹੋਵੇ ਤੇ ਉਸ ਪਰਿਵਾਰ ਦੇ ਮਨ ਦੇ ਉੱਤੇ ਕੀ ਬੀਤਦੀ ਹੋਊਗੀ ਵੀ ਜਿਹਨੂੰ ਅਜੇ ਤੱਕ ਇਨਸਾਫ ਮਿਲਣਾ ਤਾਂ ਦੂਰ ਦੀ ਗੱਲ, ਪਰਚਾ ਹੀ ਹੁਣ ਦਰਜ ਹੋਇਆ, ਤਕਰੀਬਨ 2.5 ਦਹਾਕਿਆਂ ਤੋਂ ਬਾਅਦ ਪਰਚਾ ਦਰਜ ਹੋਇਆ ਹੋਵੇ ਤੇ ਬੰਦੇ ਦੇ ਮਨ ਦੇ ਉੱਤੇ, ਪਰਿਵਾਰ ਦੇ ਮਨ ਦੇ ਉੱਤੇ ਕੀ ਕੁਝ ਬੀਤਦਾ ਹੋਊਗਾ। ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।